सतनाम करता पुरख निर्भयो निर्वैर अकाल मूरत अजूनी सैभं गुरु प्रसाद। ज्ञान ध्यान किछ कर्म ना जाना, नाहिन निर्मल करनी, साध संगत के अंचल लावो। बिखम नदी जाए तरनी, सतनाम वाहेगुरु साहिब जियो। सूही महला पंजवा, संतां के कारज आप खलोया, हर कम करावन आया राम। संतां के कारज आप खलोया, हर कम करावन आया राम। तरत सुहावी ताल सुहावा, विच अमृत जल छाया राम। अमृत जल छाया पूरन साज कराया, सगल मनोरथ पूरे। जय जयकार भया जग अंतर, लाथे सगल विसूरे। पूरन पुरख अच्युत अविनाशी, जस वेद पुराणी गाया। अपना बिरद रखिया परमेश्वर, नानक नाम ते आया। नव निध सिद्ध रिध दीने, करते टोट न आवे काई राम। खात खर्चत बिलछत सुख पाया, करते की दात सवाई राम। दात सवाई निखुट ना जाई, अंतर जामी पाया। कोट बिघन सगले उठ नाठे, दुख न नेड़े आया। शांत सहज आनंद कन्हेरे, बिनसी भूख सबाई। नानक गुण गावै स्वामी के, आचर्य जिस वड्याई राम। नानक गुण गावै स्वामी के, आचर्य जिस वड्याई राम। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी दी अपर अपार मेहरामत बख्शिश, शाम समय दे दीवान दी असी हाज़री भर पा रहे हैं। गुरबाणी व्याख्यान विच सूही राग दे बचन सानू प्राप्त ने। छंतां दा संदेश है। गुरु अर्जन साहब इन्हां नूं उचार रहे ने। मुसलसल शब्द बा शब्द असी विचारदियां होयां अज अगलेरे छंत नूं प्रारंभ किया है। आप अक्सर इस बचन नूं जिस पोजीशन विच ये शब्द स्थापित आ
ਹੁਕਮਨਾਮੇ ਦੇ ਰੂਪ ਵਿੱਚ ਵੀ ਵਾਕ ਅਸੀਂ ਪੜ੍ਹਦੇ ਸੁਣਦੇ ਹਾਂ। ਬਾਕੀ ਇਸ ਸ਼ਬਦ ਦੇ ਨਾਲ ਸਾਡੀ ਵਾਕਫੀਅਤ ਇੱਕ ਹਿਸਟੋਰੀਕਲ ਈਵੈਂਟ ਨਾਲ ਵੀ ਜੁੜੀ ਹੈ ਬੜੀ ਵੱਡੀ, ਕਿਉਂਕਿ ਜਦੋਂ ਧੰਨ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਵਿਖੇ ਉਸ ਤਾਲ, ਜਿਸ ਨੂੰ ਅਸੀਂ ਸਰੋਵਰ ਕਹਿੰਦੇ ਹਾਂ, ਟਾਪ ਦੇ ਵਿੱਚ ਕੌਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ ਉਹ ਅਸਥਾਨ, ਜਿਸ ਨੂੰ ਅਸੀਂ ਦਰਬਾਰ ਸਾਹਿਬ ਦੇ ਰੂਪ ਵਿੱਚ ਵੇਖਦੇ ਹਾਂ, ਉਸ ਦੀ ਸਥਾਪਨਾ ਕਰਵਾਈ। ਤੇ ਜਿਸ ਦਿਨ ਉਹਦੇ ਫਿਰ ਦਰਵਾਜ਼ੇ ਖੁੱਲ੍ਹੇ, ਉਸ ਦੇ ਨਾਲ ਹੀ ਬਿਲਕੁਲ ਪੈਰਲਰ ਇੱਕ ਦੂਸਰਾ ਕਾਰਜ ਪ੍ਰਾਰੰਭਿਆ ਗੁਰੂ ਸਾਹਿਬ ਨੇ। ਗੁਰੂ ਨਾਨਕ ਸਾਹਿਬ ਜੀ ਤੋਂ ਜੋ ਬਾਣੀ, ਗੁਰੂ ਉਪਦੇਸ਼, ਗੁਰਬਚਨ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਭਗਤਾਂ ਦਾ ਇਕੱਠਾ ਕੀਤਾ, ਖਜ਼ਾਨੇ ਦੇ ਰੂਪ ਵਿੱਚ ਆਪ ਉਚਰਿਤ ਕੀਤਾ, ਜਿਸ ਦੀ ਜਰਨੀ ਮੁਸਲਸਲ ਜਾਮਾ ਬਾ ਜਾਮਾ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਫਿਰ ਗੁਰੂ ਅਰਜਨ ਸਾਹਿਬ ਤੱਕ ਪਹੁੰਚੀ। ਤੇ ਜਿਵੇਂ ਜਿਵੇਂ ਅਗਲੀਆਂ ਪਾਤਸ਼ਾਹੀਆਂ ਨੇ ਆਪਣਾ ਆਪਣਾ ਕੰਟਰੀਬਿਊਟ ਕੀਤਾ, ਉਹਦੇ ਵਿੱਚ ਹਿੱਸਾ, ਉਸ ਸਾਰੇ ਨੂੰ ਇਨਕਲੂਡਿੰਗ ਗੁਰੂ ਅਰਜਨ ਸਾਹਿਬ ਦੀ ਆਪਣੀ ਜੋ ਰਚਨਾ ਉਹਨਾਂ ਨੇ ਗੁਰੂਸ਼ਿਪ ਨੂੰ ਮਾਣਦਿਆਂ ਹੋਇਆਂ ਉਚਰਿਤ ਕੀਤੀ, ਉਸ ਸਾਰੀ ਨੂੰ ਕੰਪਾਈਲ ਕੀਤਾ, ਆਡਿਟ ਕੀਤਾ, ਤੇ ਉਸ ਸਾਰੇ ਨੂੰ ਇੱਕ ਜਗ੍ਹਾ ਜਿਲਦਬੱਧ ਕੀਤਾ, ਜਿਸ ਨੂੰ ਅਸੀਂ ਗ੍ਰੰਥ ਸਾਹਿਬ ਦੀ ਫਾਰਮ ਵਿੱਚ ਅੱਜ ਵੇਖ ਰਹੇ ਹਾਂ, ਜਿਸ ਨੂੰ ਗੁਰਤਾ ਗੱਦੀ ਦੀ ਜੋ ਇੱਕ ਪੋਜੀਸ਼ਨ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਲੈ ਕੇ ਆਏ ਆਫਟਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਵਿੱਚ ਕੰਪਾਈਲ ਕਰਨ ਤੋਂ, ਵਿੱਚ ਦਰਜ ਕਰਨ ਤੋਂ ਬਾਅਦ, ਉਸ ਗ੍ਰੰਥ ਦੀ ਜਿਹੜੀ ਬੁਨਿਆਦੀ ਸਥਾਪਨਾ ਸੀਗੀ, ਜਿਸ ਨੂੰ ਅਸੀਂ ਆਦਿ ਗ੍ਰੰਥ ਦੇ ਰੂਪ ਵਿੱਚ ਯਾਦ ਕਰਦੇ ਹਾਂ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਸ ਪਾਵਨ ਪੋਥੀ ਪਰਮੇਸ਼ਰ ਕਾ ਥਾਨ, ਜੋ ਉਸ ਗ੍ਰੰਥ ਸਾਹਿਬ ਦੀ ਉੱਧਰ ਤਾਮੀਰੀਅਤ ਕੀਤੀ, ਇੱਧਰ ਇਮਾਰਤ ਸਾਜੀ, ਦੋਵਾਂ ਦਾ 1604 ਦੇ ਵਿੱਚ ਇੱਕ ਕੰਬਾਈਨ ਈਵੈਂਟ ਕੀਤਾ। ਇੱਧਰ ਦਰਬਾਰ ਸਾਹਿਬ ਦੀ ਇਮਾਰਤ ਦੀ ਇਨੋਗ੍ਰੇਸ਼ਨ ਹੋ ਰਹੀ ਹੈ, ਉੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਹੋ ਰਹੇ ਨੇ ਗੱਦੀ ਦੇ ਉੱਤੇ ਬਿਰਾਜਤ ਹੋ ਕੇ। ਇੱਕ ਬਿਲਕੁਲ ਹੀ ਐਸਾ ਮਾਹੌਲ, ਐਸਾ ਇੱਕ ਈਵੈਂਟ, ਐਸੀ ਇੱਕ ਹਿਸਟੋਰੀਕਲ ਸਾਰੀ ਚੀਜ਼ ਹੋ ਰਹੀ ਹੈ ਜਿਹੜੀ ਕਦੀ ਵੀ ਮਨੁੱਖਤਾ ਨੇ ਨਾ ਦੇਖੀ, ਨਾ ਵਿਟਨੈਸ ਕੀਤੀ ਹੈ। ਲੋਕੀ ਨਵੇਂ ਨਵੇਂ ਮਹਿਲ, ਮਕਾਨ, ਘਰ ਬਣਾਉਂਦੇ ਨੇ, ਉਹਦੇ 'ਚ ਆਪਣੇ ਪਰਿਵਾਰਾਂ ਨੂੰ ਬਿਠਾਉਂਦੇ, ਆਪ ਰਹਿੰਦੇ, ਇਹ ਸਭ ਚੀਜ਼ਾਂ ਕਰਦੇ, ਕੁਝ ਧਾਰਮਿਕ ਚੀਜ਼ ਵੀ ਬਣਾਉਂਦੇ, ਤੇ ਉਹਦੇ ਵਿੱਚ ਵੀ ਕੋਈ ਸਟੈਚੂ, ਕੋਈ ਇਹੋ ਜਿਹੀ ਚੀਜ਼ ਸਥਾਪਿਤ ਹੁੰਦੀ। ਪਹਿਲੀ ਵਾਰੀ ਹੋਇਆ ਕਿ ਲਿਟਰਸੀ ਦਾ ਉਹ ਲੈਵਲ, ਤੇ ਉਹਦੇ ਜਿਹਦੇ 'ਚ ਸਾਰਾ ਪ੍ਰਵਾਹ ਹੀ ਰੂਹਾਨੀ ਹੈ, ਅਧਿਆਤਮਕ ਹੈ, ਸਪਿਰਿਚੁਅਲ ਆ। ਉਸ ਸਪਿਰਿਚੁਅਲ ਸ਼ਬਦ ਦੇ ਦਰਿਆ ਨੂੰ, ਸ਼ਬਦ ਦੇ ਉਸ ਮਹਾਨ ਜਲਾਓ ਨੂੰ ਬਿਲਕੁਲ ਤਾਲ ਦੇ ਦਰਮਿਆਨ ਇੱਕ ਕੌਲ ਦੀ ਤਰ੍ਹਾਂ ਖਿੜੇ ਹੋਏ ਸਥਾਨ ਦੇ ਵਿੱਚ ਪੀੜੇ ਸਾਹਿਬ ਦੇ ਉੱਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਤੇ ਉਸ ਪ੍ਰਕਾਸ਼ਨਾ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਸੀਗੀ, ਕਿਉਂਕਿ ਇਸ ਦਿਨ ਗ੍ਰੰਥ ਸਥਾਪਿਤ ਹੁੰਦਾ ਹੈ। ਇਸ ਦਿਨ ਗ੍ਰੰਥ ਦੀ ਜਿਸ ਨੇ ਜ਼ਿੰਮੇਵਾਰੀ ਨਿਭਾਣੀ ਹੈ, ਉਸ ਪੋਜੀਸ਼ਨ ਨੂੰ ਵੀ ਇਵੈਂਟ ਕੀਤਾ ਜਾਂਦਾ, ਉਸ ਨੂੰ ਵੀ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਉਸ ਤਰੀਕੇ ਨਾਲ ਕਹਿ ਲਓ ਕਿ ਉਹਦੀ ਇਨਵੈਂਸ਼ਨ ਹੋ ਰਹੀ ਹੈ, ਉਹਨੂੰ ਡਿਸਕਵਰ ਕੀਤਾ ਜਾ ਰਿਹਾ, ਉਸ ਨੂੰ ਵੀ ਇੱਕ ਰਿਵੀਲ ਕੀਤਾ ਜਾ ਰਿਹਾ। ਉਹ ਕੀ ਹੈ? ਗ੍ਰੰਥੀ। ਸੋ ਗ੍ਰੰਥ ਸਾਹਿਬ ਤੇ ਪਹਿਲੇ ਉਹਦੇ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ, ਉਹ ਗ੍ਰੰਥ ਸਾਹਿਬ ਨੂੰ ਖੋਲ੍ਹਦੇ ਨੇ, ਜਿਹਨੂੰ ਅਸੀਂ ਪ੍ਰਕਾਸ਼ ਕਰਨਾ ਕਹਿੰਦੇ ਹਾਂ। ਖੋਲ੍ਹ ਕੇ ਤੋਂ ਪੀੜਾ ਸਾਹਿਬ ਦੇ ਕੋਲੋਂ ਉੱਠ ਕੇ ਸਾਈਡ 'ਤੇ ਹੋਣ ਲੱਗਦੇ ਨੇ, ਤੇ ਗੁਰੂ ਅਰਜਨ ਸਾਹਿਬ ਨੂੰ ਇਨਵਾਈਟ ਕਰਦੇ ਨੇ, ਪਲੀਜ਼ ਤੁਸੀਂ ਆਓ, ਬੈਠੋ ਇੱਥੇ ਸਿੰਘਾਸਨ 'ਤੇ। ਇਹ ਆ ਨਾ ਅਸਲ 'ਚ ਪੋਥੀ ਸਾਹਿਬ ਦੇ ਨਾਲ। ਤਾਂ ਗੁਰੂ ਅਰਜਨ ਸਾਹਿਬ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ, ਨਹੀਂ, ਅਸਲ ਦੇ ਵਿੱਚ ਇਸ ਸਿੰਘਾਸਨ 'ਤੇ ਤੁਸੀਂ ਬੈਠੋਗੇ, ਕਿਉਂਕਿ ਇਹ ਸਿੰਘਾਸਨ ਗ੍ਰੰਥ ਦਾ ਹੈ, ਤੁਸੀਂ ਗ੍ਰੰਥ ਦੀ ਤਾਬੇਦਾਰੀ ਵਿੱਚ ਹੋ। ਤੇ ਹੁਣ ਗ੍ਰੰਥ ਦੀ ਤਾਬਿਆਂ, ਅਸੀਂ ਤਾਬਿਆਂ ਕਹਿੰਦੇ ਹਾਂ, ਤਾਬੇਦਾਰੀ, ਉਹਦੀ ਸੇਵਾ ਦੇ ਵਿੱਚ, ਟੂ ਸਰਵ the highest actually respected scripture,
ਹੁਣ ਤੁਸੀਂ ਇੱਥੇ ਬੈਠੋ ਤੇ ਬਾਬਾ ਬੁੱਢਾ ਜੀ ਦਾ ਇਹ ਸਵਾਲ ਹੋਏਗਾ ਡੈਫੀਨੇਟਲੀ, ਗੁਰੂ ਅਰਜਨ ਸਾਹਿਬ ਸੰਗਤ ਜਿਹੜੀ ਆਈ ਹੈ ਇੱਥੇ, ਇਹ ਤੇ ਤੁਹਾਡੇ ਕੋਲ ਸੰਦੇਸ਼ ਸੁਣਨ ਲਈ ਆਈ, ਉਪਦੇਸ਼ ਸੁਣਨ ਲਈ ਆਈ ਹੈ, ਇਹਨੂੰ ਵੀ ਤਾਂ ਐਡਰੈਸ ਕਰਨਾ ਨਾ, ਇਹਨੂੰ ਤਾਂ ਐਡਰੈਸ ਕਰੋਗੇ, ਇੱਥੇ ਬੈਠ ਕੇ ਮੁਖਾਤਿਬ ਹੋਵੋਗੇ। ਤੇ ਗੁਰੂ ਅਰਜਨ ਸਾਹਿਬ ਦਾ ਸੰਦੇਸ਼ ਇਹ ਸੀਗਾ ਕਿ ਨਹੀਂ ਆ ਸੰਗਤ ਨੂੰ ਮੈਂ ਐਡਰੈਸ ਅੱਜ ਇੱਥੋਂ ਹੀ ਕਰਾਂ, ਗ੍ਰੰਥ ਸਾਹਿਬ ਤੋਂ। ਉਹ ਕਿਵੇਂ? ਬਚਨ ਆਇਆ, ਬਾਬਾ ਬੁੱਢਾ ਖੋਲੋ ਗ੍ਰੰਥ, ਲੈ ਆਵਾਜ਼ ਸੁਣੇ ਸਭ ਪੰਥ। ਆਵਾਜ਼ਾਂ ਲਵੋ, ਜਿਹਨੂੰ ਅਸੀਂ ਹੁਕਮਨਾਮਾ ਕਹਿੰਦੇ ਆ। ਸਾਰਾ ਪੰਥ ਜਿੰਨੀ ਸੰਗਤ ਆਈ ਹੈ, ਇਹ ਸਾਰੀ ਇਸ ਆਵਾਜ਼ੇ ਨੂੰ ਸੁਣੇ। ਜਦੋਂ ਬਾਬਾ ਬੁੱਢਾ ਜੀ ਇਸ ਕਿਰਿਆ ਨੂੰ ਪ੍ਰੈਕਟੀਕਲੀ ਹੋਂਦ ਵਿੱਚ ਲੈ ਕੇ ਆਉਂਦੇ ਨੇ, ਉਸ ਤਰੀਕੇ ਨਾਲ ਆਵਾਜ਼ਾਂ ਲੈਂਦੇ ਨੇ, ਤੇ ਪਹਿਲਾ ਆਵਾਜ਼ਾ ਜਿਹੜਾ ਹੁੰਦਾ ਹੈ ਉਹ ਆ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਉਹ ਪਾਵਨ ਬਚਨ ਹੈ ਜਿਹੜਾ ਉਸ ਦਿਨ ਹਿਸਟੋਰੀਕਲੀ ਇਸ ਰੂਪ ਵਿੱਚ ਤਵਾਰੀਖੀ ਰੰਗ ਵਿੱਚ ਆਇਆ। ਹੁਣ ਜਿਵੇਂ ਸਾਰਾ ਬੈਕਗਰਾਊਂਡ ਚੀਜ਼ਾਂ ਬਿਆਨ ਕੀਤੀਆਂ, ਤੇ ਫਿਰ ਜਦੋਂ ਅਸੀਂ ਸਾਰੇ ਈਵੈਂਟ ਨੂੰ ਨਾਲ ਰਿਲੇਟ ਕਰਦੇ ਹਾਂ, ਕਈ ਵਾਰ ਜਿਹੜੇ ਸ਼ਬਦ ਦੇ ਮੀਨਿੰਗਸ ਨੇ ਅਸੀਂ ਸਿਰਫ ਫਿਰ ਉਹਦੇ ਨਾਲ ਮਤਾਇਤ ਕਰਦੇ ਹਾਂ। ਐਕਚੁਅਲੀ ਜਿਹੜੇ ਮੀਨਿੰਗਸ ਨੇ ਸ਼ਬਦਾਂ ਦੇ, ਉਹ ਭਾਵੇਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਦੋਂ ਮਹਾਰਾਜ ਸੈਦਪੁਰ ਜਾ ਕੇ ਬੋਲਦੇ ਨੇ, ਜਦੋਂ ਉੱਥੇ ਜਾ ਕੇ ਬਾਣੀ ਉਚਰਿਤ ਕਰਦੇ ਨੇ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਜਦੋਂ ਸੱਚ ਬੋਲ ਰਹੇ ਨੇ ਉੱਥੇ, ਜਦੋਂ ਕਹਿ ਰਹੇ ਨੇ ਉਹ ਦੁਨੀਆ ਦੇ ਲੋਕੋ ਤੁਸੀਂ ਕੀ ਕਰ ਰਹੇ ਹੋ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਤੂਰ। ਅਵੇਰ ਕਿਉਂ ਨਹੀਂ ਹੋ ਰਹੇ? ਦੱਸ ਰਹੇ ਨੇ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲੋ, ਕਾਦੀਆਂ ਬਾਹਮਣਾ ਕੀ ਗਲ ਥੱਕੀ, ਅਗਦ ਪੜਾਏ ਸ਼ੈਤਾਨ ਵੇ ਲਾ ਲੋ। ਚਿੱਤ ਰੱਖਿਆ ਜੇ ਰੱਬ ਤੇ ਰੱਬੀ ਨਿਜ਼ਾਮ ਨੂੰ ਵਸਾਰਨ ਤੋਂ ਬਾਅਦ ਬੰਦੇ ਤੋਂ ਕੁਦਰਤ ਇੰਤਕਾਮ ਲੈਂਦੀ ਹੈ, ਤਾਂ ਸਜਾਫਤਾ ਹੁੰਦਾ ਆ, ਤੇ ਫਿਰ ਕਈ ਤਰੀਕੇ ਬਣਦੇ ਨੇ। ਭਾਵੇਂ ਉਸ ਗਿਵਨ ਜੋਗ੍ਰਾਫੀਕਲ ਏਰੀਆ ਦੇ ਵਿੱਚ, ਗਿਵਨ ਉਸ ਹਿਸਟੋਰੀਕਲ ਸਟਰਕਚਰ ਦੇ ਵਿੱਚ ਇਹ ਮੈਸੇਜ ਆਇਆ ਹੈ, ਪਰ ਇਸ ਮੈਸੇਜ ਨੂੰ ਜੋ ਅਸੀਂ ਬਾਣੀ 'ਚ ਪੜ੍ਹਦੇ ਸਮਝਦੇ ਹਾਂ, ਇਹ ਫੋਰਐਵਰ ਗ੍ਰੀਨ ਹੈ, ਫੋਰ ਐਵਰੀਵਨ ਆ, ਯੂਨੀਵਰਸਲ ਆ। ਉਸ ਰੂਪ ਵਿੱਚ ਇਸਨੂੰ ਦੇਖਿਆ ਜਾਏ, ਇਹ ਸ਼ਬਦ ਦੀ ਵੀ ਇਸੇ ਤਰੀਕੇ ਨਾਲ ਆਭਾ ਹੈ। ਜੋ ਬਚਨ ਇੱਥੇ ਆ ਰਿਹਾ, ਇਹਦੀ ਪ੍ਰਾਰੰਭਤਾ ਮੈਂ ਕਰ ਦਿੰਦਾ। ਬਚਨ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੰਤਾਂ ਕੇ ਕਾਰਜ, ਮਾਫੀ ਮੰਗਾਂਗਾ ਮੈਂ, ਇੱਕ ਤਾਂ ਇਹ ਹੈ ਕਿ ਕਿਉਂਕਿ ਜਦੋਂ ਇੰਸਟੀਟਿਊਸ਼ਨਸ ਨੂੰ ਸੰਭਾਲਿਆ ਨਾ ਜਾਏ, ਈਵਨ ਇੰਸਟੀਟਿਊਸ਼ਨ ਦੇ ਪਿੱਛੇ ਦੇਖੀਏ, ਕਮਿਊਨਿਟੀ ਦੇ ਵਿੱਚ ਦੇਖੋ ਹਰ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ ਆ। ਆਪ ਦੇਖੋਗੇ ਬੱਚਾ ਆ, ਬੱਚੇ ਨੇ ਉਹਦੇ ਫੇਸਿਸ ਹੁੰਦੇ ਨੇ। ਬੱਚਾ ਇੱਕ ਸਮੇਂ ਬੇਬੀ ਹੈ, ਉਸ ਬੇਬੀ ਫੇਸ 'ਚੋਂ ਲੰਘਣਾ ਉਹਨੇ, ਫਿਰ ਉਸ ਤੋਂ ਬਾਅਦ ਉਹ ਥੋੜ੍ਹਾ ਜਿਹਾ ਵੱਡਾ ਟੋਡਲਰ ਹੋ ਰਿਹਾ, ਉਸ ਫੇਸ 'ਚੋਂ ਲੰਘਣਾ ਹੈ, ਫਿਰ ਉਹ ਟੋਡਲਰ ਤੋਂ ਨੈਕਸਟ ਫੇਸ 'ਚ ਆ ਰਿਹਾ, ਐਜ਼ ਏ ਕਿਡ ਬਣ ਰਿਹਾ ਹੈ, ਉਸ ਫੇਸ 'ਚ ਜਾ ਰਿਹਾ ਹੈ, ਫਿਰ ਉਹ ਥੋੜ੍ਹਾ ਹੋਰ ਅੱਗੇ ਜਾ ਕੇ ਜਿਹਨੂੰ ਕਹਿ ਲਓ ਕਿ ਪ੍ਰੀ ਟੀਨ ਬਣ ਰਿਹਾ ਹੈ, ਫਿਰ ਉਹ ਟੀਨ ਏਜ 'ਚ ਜਾ ਰਿਹਾ ਹੈ, ਫਿਰ ਅਡੋਲਸੈਂਸ ਆ ਰਹੀ ਹੈ, ਫਿਰ ਉਹ ਕੰਪਲੀਟ ਅਡਲਟ ਬਣ ਰਿਹਾ। ਫੇਸਿਸ ਨੇ ਸਾਰੇ ਉਸ ਰੂਪ ਦੇ ਵਿੱਚ। ਉਹਦੇ ਨਾਲ ਨਾਲ ਉਹਦੀ ਫਿਜ਼ੀਕਲ, ਮੈਂਟਲ, ਉਹਦੀ ਸਾਰੀ ਕੁਦਰਤ ਵੱਲੋਂ ਤਿਆਰੀ ਹੁੰਦੀ ਹੈ, ਐਨਵਾਇਰਮੈਂਟ ਉਹਨੂੰ ਸਪੋਰਟ ਕਰਦਾ। ਇਹ ਸਭ ਚੀਜ਼ਾਂ ਇੱਕ ਪੂਰਾ ਦਾ ਪੂਰਾ ਸਟਰਕਚਰ ਚੱਲਦੀਆਂ ਨੇ। ਇਸ 'ਚੋਂ ਕੋਈ ਚੀਜ਼ ਮਿਸ ਕਰ ਜਾਏ, ਬਹੁਤ ਵੱਡੀ ਗੜਬੜ ਹੋ ਜਾਂਦੀ ਹੈ। ਉਹ ਭਾਵੇਂ ਫਿਜ਼ੀਕਲ ਹੈ, ਭਾਵੇਂ ਮੈਂਟਲ ਹੈ, ਭਾਵੇਂ ਸਪਿਰਿਚੁਅਲ ਹੈ, ਭਾਵੇਂ ਐਨਵਾਇਰਮੈਂਟਲ ਹੈ, ਐਨੀ ਕਾਈਂਡ ਆਫ। ਉਹਦੇ 'ਚ ਫਿਰ ਹੁੰਦਾ ਕੀ ਹੈ ਕਿ ਉਹਦਾ ਜਿਹੜਾ ਪ੍ਰਭਾਵ ਆ, ਇੰਪੈਕਟ ਆ, ਉਹ ਫਿਰ ਤਾ ਉਮਰ ਦਿਸਦਾ ਹੈ ਅੱਗੇ ਜਾ ਕੇ। ਇਹ ਰਿਐਲਿਟੀ ਹੈ, ਕਿਉਂਕਿ ਪਤਾ ਲੱਗ ਜਾਂਦਾ ਕਿ ਇਹ ਚੀਜ਼, ਜਿਵੇਂ ਬਿਲਕੁਲ ਕੋਈ ਐਗਜ਼ਾਮਪਲ ਲੈ ਲਓ, ਤੁਸੀਂ ਇੱਕ ਬਿਲਡਿੰਗ ਬਣਾ ਰਹੇ ਹੋ, ਅਤੇ ਬਿਲਡਿੰਗ ਬਣਾਉਣ ਦੇ ਸਮੇਂ ਜਦੋਂ ਉਹਦੀ ਨੀਂਹ ਦੇ ਵਿੱਚ ਕੰਕਰੀਟ ਜਿਹੜੀ ਹੈ ਉਹ ਪੋਰ ਕਰ ਰਹੇ ਹੋ, ਉਦੋਂ ਉਹਦੇ ਵਿੱਚ ਕੁਝ ਆਇਰਨ ਰੋਡਸ ਪਾਉਣੀਆਂ ਸੀਗੀਆਂ, ਸਰੀਆ ਪਾਉਣਾ ਸੀਗਾ। ਉਹ ਬਾਏ ਚਾਂਸ ਬੰਦਾ ਮਿਸ ਕਰ ਗਿਆ,
ਹੁਣ ਕਿਹਾ ਵੀ ਓਕੇ ਆਇਰਨ ਰॉड्स ਉੱਥੇ ਤੇ ਨਹੀਂ ਪਾਈਆਂ, ਆਪਾਂ ਇੱਕ ਕੰਮ ਕਰਦੇ ਆਪਾਂ ਵਾਲਸ 'ਚ 2-2 4-4 ਹੋਰ ਪਾ ਦਿੰਦੇ ਹਾਂ, ਆਪਾਂ ਇਹਦੀ ਰੂਫ ਵਿੱਚ ਪਾ ਦਿੰਦੇ ਹਾਂ, ਆਪਾਂ ਇਹਦੀ ਸੀਲਿੰਗ ਵਿੱਚ ਪਾ ਦਿੰਦੇ ਹਾਂ, ਭਾਈ ਜਿੱਥੇ ਮਰਜ਼ੀ ਪਾ ਦਿਓ, ਕਿਉਂਕਿ ਇਫ ਯੂ ਹੈਵ ਮਿਸਡ ਦੈਟ ਵਨ it's going to impact it. It's going to actually show some kind of impact, some kind of effect on this building forever. ਇਹ ਜਿਹੜੇ ਇਹ ਫੇਸ ਹੁੰਦੇ ਨੇ ਸਾਰੇ, ਇਹਦਾ ਫਿਰ ਪ੍ਰਭਾਵ ਪੈਂਦਾ ਰਹਿੰਦਾ ਲਗਾਤਾਰ। ਜਿਵੇਂ ਕੋਈ ਵੀ ਚੀਜ਼ ਆ, ਹੁਣ ਮੈਂ ਕਮਿਊਨਿਟੀ ਸਾਈਡ ਤੋਂ ਬਾਤ ਕਰਾਂ, ਕਮਿਊਨਿਟੀ ਦੀ ਭਾਵੇਂ ਗਰੋਥ ਆ, ਉਹ ਭਾਵੇਂ ਫਾਈਨੈਂਸ਼ੀਅਲ ਆ, ਭਾਵੇਂ ਉਹ ਸੋਸ਼ਲ ਆ, ਭਾਵੇਂ ਉਹਦਾ ਜਿਵੇਂ ਡਾਇਸਪੋਰਾ ਆ ਸਾਡਾ, ਮਤਲਬ ਡਾਇਸਪੋਰਾ ਦੇ ਵਿੱਚ ਅਸੀਂ ਸਪਰੈਡ ਵਾਈਡ ਸਪਰੈਡ ਆ ਵਰਲਡ ਵਾਈਡ। ਸਿੱਖ ਨੂੰ ਅੱਜ ਕਿਹਾ ਜਾਂਦਾ ਸਿੱਖ ਇੱਕ ਕੌਮਾਂਤਰੀ ਵਸਨੀਕ ਹੈ, ਜਿਹਨੂੰ ਕਹਿ ਲਓ ਇਹ ਗਲੋਬਲ ਸਿਟੀਜ਼ਨ ਆ ਸਿੱਖ। ਮਤਲਬ ਤੁਸੀਂ ਜਗ੍ਹਾ ਜਗ੍ਹਾ 'ਤੇ ਜਾਓਗੇ, ਮੇਰੇ ਖਿਆਲ ਹਰ ਇੱਕ ਵੱਡੇ ਸ਼ਹਿਰ ਦੁਨੀਆ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਸਿੱਖ ਕਮਿਊਨਿਟੀ ਹੈ, ਸਿੱਖ ਸਮਾਜ ਹੈ, ਸਭ ਮਿਲ ਜਾਏਗਾ ਉਸ ਤਰੀਕੇ ਨਾਲ। ਇਹ ਸਭ ਚੀਜ਼ਾਂ ਹੋਈਆਂ ਇੱਕ ਪ੍ਰੋਸੈਸ 'ਚੋਂ ਲੰਘੀਆਂ ਚੀਜ਼ਾਂ ਸਾਰੀਆਂ ਹੌਲੀ ਹੌਲੀ ਕਰਕੇ। ਪਰ ਇਹ ਵੀ ਤੁਸੀਂ ਦੇਖੋਗੇ ਕਿ ਰੀਸੈਂਟਲੀ ਜਦੋਂ ਇੱਕਦਮ ਸਟੂਡੈਂਟਸ ਵਾਸਤੇ ਵੈਸਟਰਨ ਵਰਲਡ ਦੇ ਵਿੱਚ ਯੂਰਪ, ਖਾਸ ਕਰਕੇ ਇੰਗਲੈਂਡ ਅਤੇ ਇੱਧਰ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੱਕਦਮ ਉਹਨਾਂ ਨੇ ਜਿਹੜਾ ਹੈਗਾ ਉਹ ਓਪਨ ਕੀਤਾ, ਅਤੇ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ। ਈਵਨ ਅਜੇ ਵੀ ਬਹੁਤ ਸਾਰੇ ਲੋਕ ਉਹਨਾਂ ਤੋਂ ਸਮੱਸਿਆਵਾਂ ਤੋਂ 2-4 ਹੋ ਰਹੇ ਨੇ ਦੋਨਾਂ ਸਾਈਡਾਂ ਤੋਂ। ਸੋ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਜਦੋਂ ਤੁਸੀਂ, ਕਿਉਂਕਿ ਪ੍ਰੋਪਰ ਫੇਸ 'ਚੋਂ ਨਹੀਂ ਲੰਘੇ। ਇੱਕਦਮ ਜਿਵੇਂ ਸਪੋਜ਼ ਕੋਈ ਬੱਚਾ ਸੀਗਾ ਅਤੇ ਉਹ ਅਜੇ ਸੀਗਾ ਅਤੇ ਪ੍ਰੀ ਟੀਨ ਏਜ ਦੇ ਵਿੱਚ, ਅਤੇ ਐਸਾ ਕੋਈ ਮਾਹੌਲ ਬਣਿਆ, ਉਹਨੂੰ ਟੀਨ ਏਜ ਦੀ ਪੂਰਾ ਐਕਸਪੋਜ਼ਰ ਦੇ ਦਿੱਤਾ ਗਿਆ, ਗੜਬੜ ਹੋ ਗਈ। ਹੁਣ ਕੀ ਆ, ਐਕਚੁਅਲ ਲੈਵਲ 'ਤੇ ਉਹਦੇ ਬਿਹੇਵੀਅਰ ਵਿੱਚ, ਉਹਦੇ ਚੋਇਸਿਸ ਵਿੱਚ ਉਹ ਚੀਜ਼ਾਂ ਨਹੀਂ ਮਿਲਣਗੀਆਂ। ਜਾਂ ਜੋ ਟੀਨ ਸੀਗਾ ਅਤੇ ਕੁਛ ਹੋਰ ਨਾ ਹੋਇਆ, ਮਤਲਬ ਇਸ ਤਰੀਕੇ ਨਾਲ ਹੋ ਗਿਆ ਕਿ ਮਦਰ ਨੇਚਰ ਵੱਲੋਂ ਹੀ ਕੋਈ ਇਹੋ ਜਿਹੀ ਬਾਤ ਬਣ ਗਈ ਫੈਮਿਲੀ ਦੇ ਵਿੱਚੋਂ। ਸਪੋਜ਼ ਕਰੋ ਉਹ ਮੈਸਕੂਲਨ ਜੈਂਡਰ ਸੀਗਾ ਅਤੇ ਕਿਤੇ ਫਾਦਰ ਪਾਸਡ ਅਵੇ ਹੋ ਗਿਆ, ਸੌਰੀ ਟੂ ਸੇ, ਬਸ ਜਸਟ ਐਗਜ਼ਾਮਪਲ ਦੇ ਰਹੇ ਹਾਂ ਇੱਥੇ, ਉਹ ਚੀਜ਼ ਹੋ ਗਈ। ਹੁਣ ਇੱਕਦਮ ਕੀ ਹੋ ਗਿਆ, ਰਿਸਪੋਂਸੀਬਿਲਿਟੀ ਡਿਫਰੈਂਟ ਲੈਵਲ ਦੀ ਆ ਗਈ। ਹੁਣ ਉਹਨੂੰ ਇਹ ਨਹੀਂ ਪਤਾ ਘਰ ਦੇ 'ਚ, ਮਤਲਬ ਐਜ਼ ਏ ਜਿਹੜੀ ਜੈਂਟਸ ਫਿਗਰ ਆ ਉਹ ਬਣ ਗਈ ਹੈ, ਉਹਦੇ ਦੁਆਲੇ ਉਹ ਸਾਰੇ 'ਚ ਇੱਕ ਤਰ੍ਹਾਂ ਦੇ ਨਾਲ, ਮਤਲਬ ਕਹਿ ਲਓ ਕਿ ਡਿਸਫੰਕਸ਼ਨਿੰਗ ਹੋ ਜਾਏਗੀ ਸ਼ੁਰੂ। ਜਦੋਂ ਅਸੀਂ ਦੇਖਦੇ ਹਾਂ ਨਾ ਕਿ ਸਾਡੇ ਖਾਸ ਤੌਰ 'ਤੇ ਜਦੋਂ ਇੱਕਦਮ ਬੜੇ ਟਰਮੈਂਡਸ ਚੇਂਜਸ ਆਉਂਦੇ ਨੇ ਅਰਾਊਂਡ, ਪਹਿਲਾਂ ਅੰਗਰੇਜ਼ਾਂ ਦੇ ਆਉਣ ਦੇ ਨਾਲ ਸੁਸਾਇਟੀ ਦੇ ਵਿੱਚ, ਕਿਉਂਕਿ ਸੁਸਾਇਟੀ ਦੇ ਵਿੱਚ ਇੱਕਦਮ ਕੀ ਹੋਇਆ ਕਿ ਅੰਗਰੇਜ਼ ਆਇਆ ਅਤੇ ਅੰਗਰੇਜ਼ ਦੇ ਨਾਲ ਸਭ ਤੋਂ ਵੱਧ ਸਾਡੇ ਨਾਲ ਉਹਦੀ ਜਿਹੜੀ ਹੈ ਸਟਰਗਲ ਕਰਨੀ ਪਈ ਅੰਗਰੇਜ਼ ਨੂੰ। ਜਿਵੇਂ ਅੰਗਰੇਜ਼ ਸਥਾਪਿਤ ਹੋਇਆ ਅਤੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਉਸਨੇ ਜਿਹੜਾ ਕਹਿ ਲਓ ਕਿ ਫੇਵਰ ਕਰਨ ਦੀ ਟਰਾਈ ਕੀਤੀ, ਉਹ ਵੀ ਅਸੀਂ ਸੀਗੇ। ਸਾਨੂੰ ਉਹਨਾਂ ਨੇ ਫਟਾਫਟ ਜ਼ਮੀਨਾਂ ਬਾਰ ਦੀਆਂ ਵਸਾ ਕੇ ਦਿੱਤੀਆਂ, ਆਰਮੀ 'ਚ ਸਿੱਧੇ ਤੌਰ 'ਤੇ ਬੁਲਾ ਲਿਆ, ਬਹੁਤ ਸਾਰੇ ਐਸੇ ਪਰਕਸ ਦਿੱਤੇ ਫਟਾਫਟ। ਉਹਨਾਂ ਨੇ ਕਿਹਾ ਕਿ ਇਸੇ ਕਰਕੇ ਇੱਕਦਮ ਜਿਹੜਾ ਹੈਗਾ ਸਿੱਖ ਸਟੈਬਲਿਸ਼ਮੈਂਟ ਉਸ ਪਾਸੇ ਤੁਰ ਪਈ। ਹਾਲਾਂਕਿ ਆਪਨੇ ਜੇ ਬਲੈਕ ਪ੍ਰਿੰਸ ਮੂਵੀ ਦੇਖੀ ਹੋਏ ਅਤੇ ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਦੀ ਅੰਸ ਮਹਾਰਾਜਾ ਦਲੀਪ ਸਿੰਘ ਉਹ ਐਫਰਟ ਪਾਉਂਦਾ ਆ ਵਾਪਸ ਜਾਣ ਦੀ ਸਾਰੀ। ਹਾਲਾਂਕਿ ਉਹ ਮੂਵੀ ਦੇ ਵਿੱਚ ਤਾਂ ਚਲੋ ਉਹਨਾਂ ਨੇ ਥੋੜ੍ਹਾ ਸਿਨੇਮਾ ਟਾਈਪ ਚੀਜ਼ ਬਣਾਉਣੀ ਸੀਗੀ, ਪਰ ਹਕੀਕਤ ਇਹ ਹੈ ਵੀ ਉਹ ਉਸ ਵਕਤ ਸਿੱਖਾਂ ਦੀ ਜ਼ਹਿਨੀਅਤ ਵਿੱਚੋਂ, ਸਿੱਖਾਂ ਦੀ ਮਾਨਸਿਕਤਾ ਵਿੱਚੋਂ, ਸਿੱਖਾਂ ਦੇ ਮਨ ਮੰਡਲ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਅਗਾਂਹ ਉਹਨਾਂ ਦੇ ਸਕਸੈਸਰ ਸੀਗੇ, ਜਾਂ ਉਹਨਾਂ ਦੇ ਜਿਹੜੇ ਗੱਦੀ ਨਾਸ਼ੀਨ ਵਗੈਰਾ ਸੀਗੇ, ਉਹਨਾਂ ਦੇ ਪ੍ਰਤੀ ਉਦਰੇਵਾਂ ਉਹ ਚਲਾ ਗਿਆ ਸੀਗਾ। ਕਿਉਂਕਿ ਜਿਸ ਤੁਸੀਂ ਫਾਈਨੈਂਸ਼ੀਅਲ ਸਾਈਡ ਤੋਂ ਦੇਖੋ, ਦੂਜੇ ਸਾਰੇ ਤੋਂ ਵੱਡੇ ਚੇਂਜਸ ਅੰਗਰੇਜ਼ ਲੈ ਆਏ ਸੀ। ਇੱਕਦਮ ਪ੍ਰੋਸਪੈਰਿਟੀ ਆ ਰਹੀ ਸੀ ਵੱਡੇ ਲੈਵਲ 'ਤੇ, ਉਹ ਸਭ ਚੀਜ਼ਾਂ ਮੌਜੂਦ ਸੀਗੀਆਂ। ਸੋ ਇਸ ਸਾਰੇ ਦੇ ਵਿੱਚ ਕੀ ਹੋਇਆ ਕਿ ਜਦੋਂ ਇੱਕਦਮ ਇਹੋ ਜਿਹਾ ਐਕਸਪੋਜ਼ਰ ਮਿਲਿਆ ਅਤੇ ਉਹਦਾ ਅਸਰਾਰ ਸਾਡੇ ਇੰਸਟੀਟਿਊਸ਼ਨ 'ਤੇ ਵੀ ਪਿਆ। ਇੰਸਟੀਟਿਊਸ਼ਨ ਦੇ ਵਿੱਚ ਮਹੰਤ ਤਬਕਾ ਕਾਬਜ਼ ਸੀਗਾ, ਸਰਬਰਾਹ ਸਰਕਾਰੀ ਕਾਬਜ਼ ਸੀਗੇ, ਜਿਹੜੇ ਨੋ ਡਾਊਟ ਪ੍ਰੋਪਰਟੀ ਮੈਨੇਜ ਵਗੈਰਾ ਤੇ ਪ੍ਰੋਪਰਲੀ ਕਰਦਿਆਂ ਜਾਣਦੇ ਹੋਣਗੇ, ਪਰ ਧਰਮ ਦੀ ਆਹ ਭਾਸ਼ਾ ਉਹਨਾਂ ਨੂੰ ਕੁਛ ਨਹੀਂ ਸੀ ਪਤਾ। ਸੋ ਧਰਮ ਦੀ ਆਭਾ ਵਾਸਤੇ ਉਹਨਾਂ ਨੇ ਬਿਲਕੁਲ ਪੈਰਲਲ ਇੱਕ ਸੈਕਟ ਹੋਰ ਨੂੰ ਪ੍ਰਮੋਟ ਕੀਤਾ, ਜਿਹਨੂੰ ਅਸੀਂ ਸੰਤ ਲਹਿਰ ਦੇ ਰੂਪ ਵਿੱਚ ਦੇਖਦੇ ਹੈਗੇ ਆ। ਉਹਦਾ ਫਿਰ ਅੱਗੇ ਫੇਸ ਬਾਏ ਫੇਸ ਚੀਜ਼ਾਂ ਬਦਲਦੀਆਂ ਗਈਆਂ ਅਤੇ ਰੀਸੈਂਟਲੀ ਪਿਛਲੇ 40, 50, 60 ਸਾਲਾਂ ਦੇ ਵਿੱਚ ਸੰਤਵਾਦ ਅਸੀਂ ਦੇਖਿਆ ਬੜੇ ਵੱਡੇ ਲੈਵਲ 'ਤੇ। ਉਹਦਾ
ਪੋਜ਼ਿਟਿਵ ਇੰਪੈਕਟ ਤੇ ਬਹੁਤ ਜ਼ਿਆਦਾ ਅਸੀਂ ਨਹੀਂ ਦੇਖ ਪਾ ਰਹੇ, ਪਰ ਨੈਗੇਟਿਵ ਬਹੁਤ ਪਿਆ ਸੋਸਾਇਟੀ ਦੇ ਵਿੱਚ। ਇਸ ਕਰਕੇ ਜਦੋਂ ਇੱਕ ਤੇ ਹੈ ਜਿਨ੍ਹਾਂ ਦੀ ਅੰਡਰਸਟੈਂਡਿੰਗ ਬੜੀ ਸੁਪਰਫਿਸ਼ੀਅਲ ਜੀ ਹੈ, ਉਹ 'ਚ ਮੈਂ ਕੋਈ ਫਾਲਟ ਨਹੀਂ ਕਹਿ ਰਿਹਾ, ਨਾ ਮੈਂ ਅਵੈਲੂਏਟ ਕਰਨ ਦੀ ਕਿਸੇ ਨੂੰ ਉਸ ਪੋਜੀਸ਼ਨ ਵਿੱਚ ਆ, ਨਾ ਮੇਰੀ ਕੋਈ ਜੋਬ ਹੈ, ਪਰ ਉਹਦਾ ਮੁਸ਼ਕਲ ਇਹ ਬਣ ਗਈ ਕਿ ਜਦੋਂ ਗੁਰਬਾਣੀ ਦੇ ਵਿੱਚ ਸੰਤ ਸਤੁਤੀ ਆਈ, ਸੰਤ ਲਫ਼ਜ਼ ਦੇ ਨਾਲ ਸਤੁਤੀ ਦੇ ਲਫ਼ਜ਼ ਆਏ, ਵਿਅਕਤੀ ਪੂਜਾ ਸ਼ੁਰੂ ਹੋ ਗਈ। ਦੈਟ ਇਜ਼ ਵੈਰੀ ਰੋਂਗ ਸਟੈਪ, ਕਿਉਂਕਿ ਇੱਥੇ ਤੇ ਵਿਅਕਤੀ ਪੂਜਾ ਉਹਨਾਂ ਭਗਤਾਂ, ਉਹਨਾਂ ਸੰਤ ਜਨਾਂ, ਉਹਨਾਂ ਗੁਰਮੁਖ ਰੂਹਾਂ ਨੇ ਨਾ ਕਰਵਾਈ ਜਿਨ੍ਹਾਂ ਦੇ ਕੋਲ ਇਤਨਾ ਕੈਲੀਬਰ ਸੀਗਾ। ਤੇ ਇੱਥੇ ਹਾਲਤ ਇਹ ਹੈ ਕਿ ਮਿੱਟੀ ਦੇ ਪੁਤਲੇ, ਮੁਝ ਖਾਦਮ ਵਰਗੇ ਅਦਨੇ ਬੰਦੇ, ਕੱਖਾਂ ਤੋਂ ਹੌਲੇ, ਉਹ ਬੰਦੇ ਆਪਣੇ ਆਪ ਨੂੰ ਵੱਡੇ ਵੱਡੇ ਲਕਬ ਲਾ ਕੇ ਤੁਰਨ ਲੱਗ ਪਏ। ਉਹਨਾਂ ਨੇ ਵੱਡੇ ਵੱਡੇ ਐਡਜੈਕਟਿਵ ਲਗਾ ਲਏ ਆਪਣੇ ਨਾਵਾਂ ਦੇ ਨਾਲ ਵੀ ਸਾਡੀ ਜਿਵੇਂ ਪੂਜਾ ਅਰਚਨਾ ਆਸਥਾ ਹੋ ਗਈ। ਸੋ ਇਸ ਸਾਰੇ ਦੇ ਵਿੱਚ ਲੋਕਾਂ ਨੇ ਸੋਚਿਆ ਹਾਂ ਇਹ ਐਕਚੁਅਲੀ ਜਿਸ ਸੰਤ ਦੀ ਬਾਣੀ ਬਾਤ ਕਰਦੀ ਇਹ ਉਹ ਸੰਤ ਹੈ, ਇਸ ਰੂਪ ਦੇ ਵਿੱਚ ਹੈ। ਦੇਖੋ ਸੰਤ ਮਤਲਬ ਪਹਿਲੇ ਨੰਬਰ 'ਤੇ ਹੈ ਵੀ ਹਾਈਐਸਟ ਲੈਵਲ, ਗੁਰੂ ਤੇ ਰੱਬ ਦੀ ਗੱਲ ਕਰੋ। ਉਸ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਉਹਦੇ ਗੁਣ ਰਿਫਲੈਕਟ ਹੁੰਦੇ ਨੇ, ਜਿਹੜੇ ਉਹ ਸੰਤ ਬਿਰਤੀ ਦੇ ਮਾਲਕ ਹੋ ਗਏ ਲੋਕ, ਤੇ ਉਹ ਕਿਸੇ ਚੋਗੇ ਦਾ ਨਾਂ ਨਹੀਂ, ਕਿਸੇ ਖਾਸ ਪੋਜੀਸ਼ਨ ਦਾ ਨਾਂ ਨਹੀਂ, ਉਹ ਤੇ ਇੱਕ ਆਰਡੀਨਰੀ ਬੰਦੇ ਦੇ ਵਿੱਚ ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੈ ਭਾਵ, ਉਹਦਾ ਗੁਣਾਤਮਕ ਪੱਖ ਵੱਧ ਗਿਆ, ਉਹਦੀ ਗੱਲ ਹੋ ਰਹੀ ਹੈ। ਇੱਥੇ ਜਿਹੜਾ ਬਚਨ ਆਇਆ ਨਾ, ਗੁਰੂ ਸਾਹਿਬ ਨੇ ਕਿਹਾ ਇੱਥੇ ਕਿ ਸੰਤਾਂ ਕੇ ਕਾਰਜ ਆਪ ਖਲੋਇਆ। ਹੁਣ ਉਹ ਸੰਤ ਬਿਰਤੀ ਲੋਕ ਜਿਨ੍ਹਾਂ ਨੇ ਕਰਤਾਰੀ ਉਸ ਰਜ਼ਾ ਨੂੰ ਆਪਣੇ ਜੀਵਨ ਦਾ ਸਬਬ ਬਣਾ ਲਿਆ, ਆਪਣੇ ਜੀਵਨ ਦਾ ਅਸਲ ਵਿੱਚ ਹਿੱਸਾ ਬਣਾ ਲਿਆ, ਉਸ ਰੂਪ ਦੇ 'ਚ ਜਿਹੜੀ ਬਿਰਤੀ 'ਚ ਜੀਣ ਵਾਲੇ ਲੋਕ ਨੇ, ਉਹਨਾਂ ਦੇ ਜੀਵਨ ਦੇ ਕਾਰਜ ਕਦੀ ਵੀ ਅਧੂਰੇ ਨਹੀਂ ਰਹਿ ਜਾਂਦੇ। ਹੁਣ ਅਧੂਰੇ ਕਾਰਜ ਨਾ ਰਹਿਣ ਦਾ ਮਾਇਨਾ ਵੀ ਸਮਝ ਲਈਏ, ਕਿਉਂਕਿ ਲਾਈਫ ਦੇ ਵਿੱਚ ਅਸੀਂ ਐਕਸਪੈਕਟੇਸ਼ਨਸ ਰੱਖਦੇ ਹਾਂ, ਕੁਝ ਵਿਸ਼ਸ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਬੀਜਦੇ ਹਾਂ, ਉਹਨਾਂ ਦੀ ਕੇਅਰ ਕਰਦੇ ਹਾਂ, ਉਹਨਾਂ ਨੂੰ ਫਲਰਿਸ਼ ਹੁੰਦਿਆਂ ਦੇਖਣਾ ਚਾਹੁੰਦੇ ਹਾਂ, ਉਸ ਤਰੀਕੇ ਦੇ ਰਿਜ਼ਲਟਸ ਚਾਹੁੰਦੇ ਹਾਂ। ਅਤੇ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਜਿਹੜੀਆਂ ਇੱਛਾਵਾਂ, ਖਾਹਿਸ਼ਾਂ, ਇਹ ਸਭ ਚੀਜ਼ਾਂ ਅਸੀਂ ਪਨਪਦੀਆਂ ਨੇ ਸਾਡੇ ਆਲੇ ਦੁਆਲੇ, ਉਹ ਮੋਸਟਲੀ ਸਾਡੀ ਕੋਈ ਬਹੁਤ ਇਨਫੋਰਮੇਟਿਵ ਵੇ ਨਾਲ ਕਲੈਕਟ ਕੀਤੀਆਂ ਨਹੀਂ ਹੁੰਦੀਆਂ। ਮਤਲਬ ਕਿਸੇ ਐਜੂਕੇਸ਼ਨਲ ਸਾਈਡ ਤੋਂ, ਸਮਝ ਦੇ ਪੱਖ ਤੋਂ, ਇਹ ਸਭ ਤੋਂ ਇਨਫਲੂਐਂਸ ਵਿੱਚ ਹੁੰਦੀਆਂ ਨੇ, ਕਿਤੇ ਇਲਿਟਰੇਸ਼ਨ, ਅਗਿਆਨਤਾ ਵਿੱਚੋਂ ਹੁੰਦੀਆਂ ਨੇ। ਉਹ ਜਦੋਂ ਕਿਤੇ ਥੋੜ੍ਹੀਆਂ ਬਹੁਤੀਆਂ ਸੱਜੇ ਖੱਬੇ ਜਾਂਦੇ ਆ, ਫੁੱਲਫਿਲ ਨਹੀਂ ਹੁੰਦੀਆਂ, ਬੜੇ ਪਰੇਸ਼ਾਨ ਹੁੰਦੇ ਆ, ਬੜੀ ਕੁਰਲਾਹਟ ਆਉਂਦੀ ਹੈ। ਸੰਤ ਬਿਰਤੀ ਕੀ ਹੈ? ਸੰਤ ਬਿਰਤੀ ਇੱਕ ਤੇ ਉਸ ਲੈਵਲ ਦੀ ਵਾਈਜ਼ ਆ ਕਿ ਜਿਸ ਨੂੰ ਪਤਾ ਹੈ ਜੀਵਨ ਦਾ ਪਰਪਸ ਤੇ ਮਕਸਦ ਕੀ ਹੈ, ਜੀਵਨ ਨੂੰ ਉਸੇ ਤਰੀਕੇ ਨਾਲ ਹੀ ਉਹ ਅੱਗੇ ਵਧਾਉਂਦਾ ਆ, ਉਵੇਂ ਉਸ ਆਪਣੀ ਐਨਰਜੀ ਨੂੰ ਸਪਰੈਡ ਕਰਦਾ ਹੈ, ਉਵੇਂ ਫਿਰ ਐਨਰਜੀ ਸਪਰੈਡ ਕਰਦਿਆਂ ਹੌਲੀ ਹੌਲੀ ਉਸ ਨੂੰ ਸਾਰੇ ਨੂੰ ਵਾਈਂਡ ਅਪ ਕਰਦਾ ਹੈਗਾ। ਇਹ ਕਾਰਜਸ਼ੀਲਤਾ ਉਸ ਸੰਤ ਬਿਰਤੀ ਨੂੰ ਆਉਂਦੀ ਹੈ। ਇੱਥੇ ਜਿਹੜੀ ਬਾਤ ਖਾਸ ਕਰਕੇ ਕਰਨ ਵਾਲੀ ਹੈ, ਜਿਵੇਂ ਹੁਕਮਨਾਮਾ ਉਸ ਵੱਡੇ ਸਮਾਗਮ ਦੇ ਉਸ ਸਮੇਂ ਦੇ ਵਿੱਚ ਆਉਂਦਾ ਆ, ਹੁਣ ਇਹਦਾ ਮੈਸੇਜ ਦੇਖੋ ਕੀ ਹੈ। ਸੰਤਾਂ ਕੇ ਕਾਰਜ ਆਪ ਖਲੋਇਆ। ਸਾਡੇ ਜੀਵਨ ਦੇ ਵਿੱਚ ਜਦੋਂ ਉਹ ਘੜੀਆਂ ਆਉਂਦੀਆਂ ਨੇ ਜਿਹਦੀ ਅਸੀਂ ਬੜੀ ਸ਼ਿੱਦਤ ਨਾਲ ਉਡੀਕ ਕਰਦੇ ਹਾਂ, ਜੇ ਉਹ ਵਾਪਰਨ ਨਾ ਤਾਂ ਵੀ ਤੰਗ ਹੁੰਦੇ ਆ, ਜਦੋਂ ਵਾਪਰਨ 'ਤੇ ਆਉਣ ਉਦੋਂ ਲੋਕ ਕਿਤੇ ਬਹੁਤ ਐਂਕਸ਼ੀਅਸ ਹੋ ਜਾਂਦੇ, ਐਨਗਜ਼ਾਇਟੀ ਵੱਧ ਜਾਂਦੀ ਬੜੀ ਜ਼ਿਆਦਾ। ਕਿਤੇ ਲੋਕ ਬਹੁਤ ਪ੍ਰਾਊਡੀ ਹੋ ਜਾਂਦੇ, ਐਟੀਟਿਊਡ ਹੀ ਬਦਲ ਜਾਂਦਾ। ਮਤਲਬ ਉਸ ਸਾਰੇ ਨੂੰ ਆਪਣੇ ਅੰਦਰ ਸੋਗ ਕਰਨਾ, ਆਪਣੇ ਅੰਦਰ ਉਸ ਨੂੰ ਜਜ਼ਬ ਕਰਨਾ ਕਿੰਨਾ ਹਾਰਡ ਆ। ਇਸ ਤਰੀਕੇ ਨਾਲ ਜਜ਼ਬ ਕਰਨਾ ਕਿ ਉਸ ਸਾਰੇ ਦੇ ਵਿੱਚ ਜਿਹੜਾ ਪੋਜ਼ਿਟਿਵ ਮੈਸੇਜ ਤੇ ਰਿਜ਼ਲਟ ਆ ਉਹ ਮਿਸ ਨਾ ਹੋਏ। ਜਦੋਂ ਗੁਰੂ ਅਰਜਨ ਸਾਹਿਬ ਇਹ ਸਾਰੀ ਕਾਰਜਸ਼ੀਲਤਾ ਕਰਦੇ ਨੇ, ਜਦੋਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ, ਭਾਈ ਪ੍ਰਾਗਾ ਜੀ, ਇਹ ਸਾਰੀਆਂ ਰੂਹਾਂ ਇਸ ਤਰੀਕੇ ਨਾਲ ਸਾਰੇ ਕਾਸੇ ਨੂੰ ਵਿਟਨੈਸ ਕਰ ਰਹੀਆਂ ਨੇ, ਉਹਨਾਂ ਦੀ ਜਿਹੜੀ ਸਟੇਟ ਆਫ ਮਾਈਂਡ ਆ, ਜਿਹੜਾ ਉਹਨਾਂ ਦਾ ਅੰਦਰ ਦਾ ਲੈਵਲ ਆ, ਕੈਸਾ ਹੋਏਗਾ? ਭਰੋਸੇ ਨਾਲ ਭਰਿਆ ਹੋਇਆ, ਕਰਤਾਰ ਕਰਨ ਕਰਾਉਣ ਵਾਲਾ ਹੈ। ਤੇ ਫਿਰ ਇਹ ਵੀ ਚੀਜ਼ ਚੇਤੇ ਰੱਖਿਆ ਜੇ, ਇਹ ਕੋਈ ਛੋਟੀ ਗੱਲ ਨਹੀਂ ਗੀ। ਸਟੇਟ ਵਿਦ ਇਨ ਸਟੇਟ ਬਿਲਡ ਕੀਤੀ ਜਾ ਰਹੀ ਹੈ। ਬਹੁਤ ਥੋੜ੍ਹਾ ਜਿਹਾ ਫਰਕ ਆ। ਇਹ ਜਿਹੜੀ ਗੁਰੂ ਅਰਜਨ ਸਾਹਿਬ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਸਥਾਪਿਤ ਕਰ ਰਹੇ ਨੇ, ਇਹ ਅਕਬਰ ਦਾ ਦੌਰ ਆ ਰਾਜਸੀ ਤੌਰ 'ਤੇ, ਅਤੇ ਇਹਦਾ ਪੋਤਰਾ ਬਣਦਾ ਹੈ ਸ਼ਾਹਜਹਾਂ, ਜਿਸ ਦਾ
ਜਿਸ ਦੇ ਦੌਰ ਦੇ ਤਾਜ ਮਹਿਲ ਦੀ ਸਥਾਪਨਾ ਹੁੰਦੀ ਹੈ। ਤੇ ਬਹੁਤ ਜ਼ਿਆਦਾ ਫਰਕ ਨਹੀਂ, ਮਾਤਰ 40-45 ਸਾਲ ਦਾ ਫਰਕ ਹੈ ਸਾਰਾ। ਇਮਾਰਤ ਦਰਬਾਰ ਸਾਹਿਬ ਦੀ ਪਹਿਲਾਂ ਬਣਦੀ ਹੈ, ਉਹ ਬਾਅਦ 'ਚ ਬਣ ਰਹੀ ਹੈ। ਤੇ ਆਪ ਦੇਖੋਗੇ, ਮਤਲਬ ਸੱਲੀ ਇਮਾਰਤ ਸਾਜੀ ਦੇ ਲੈਵਲ ਤੇ ਦੇਖੀਏ ਇੱਥੇ। ਹੁਣ ਜੇ ਤਾਜ ਮਹਿਲ ਦੀ ਗੱਲ ਕਰਦੇ ਹਾਂ ਤੇ ਲੋਕ ਅਜੇ ਵੀ ਕਮਲਿਆਂ ਵਾਂਗੂ ਵੇਖਣ ਜਾਂਦੇ ਨੇ ਉੱਥੇ। ਹਾਲਾਂਕਿ ਸਾਡੇ ਬਹੁਤ ਵੱਡੇ ਪੰਜਾਬੀ ਦੇ ਸ਼ਾਇਰ ਨੇ ਬਿਲੱਗਣ ਜੀ, ਉਹਨਾਂ ਦੀ ਇੱਕ ਬੜੀ ਕਮਾਲ ਦੀ ਨਜ਼ਮ ਹੈ ਸ਼ਹੀਦੀ ਖੁਮਾਰੀਆਂ ਕਿਤਾਬਚੇ ਦੇ ਵਿੱਚ, ਜੇ ਕਦੀ ਆਪ ਖੁਦ ਚਾਹੋ ਖੁਦ ਪੜ੍ਹ ਸਕਦੇ ਹੋ। ਉਹਦਾ ਇੱਕ ਦੋ ਸ਼ੇਰ ਇਸ ਤਰ੍ਹਾਂ ਨੇ, ਉਹ ਕਹਿੰਦੇ ਕਿ ਤਾਜ ਮਹਿਲਾਂ ਨੂੰ ਠੂਮਣੇ ਲੱਖ ਦਈਏ, ਪਣਕ ਫੇਰ ਵੀ ਉਹਨਾਂ ਦੀ ਸਖਣੀ ਹੈ, ਢੱਠੀ ਕੰਧ ਸਰਹੰਦ ਦੀ ਹਸ਼ਰ ਤਿੱਕਰ, ਪਰ ਉੱਚੀ ਪੱਗ ਸਦਾ ਕੌਮ ਦੀ ਰੱਖਣੀ ਹੈ। ਮਤਲਬ ਕਹਿੰਦੇ ਕੰਪੈਰੀਜ਼ਨ ਕਰੋ ਤੇ ਐਵੇਂ ਕਰੋ। ਮਤਲਬ ਇੱਕ ਮਕਬਰਾ ਹੈ ਤੇ ਕਬਰ ਹੀ ਨਾ, ਮੁਰਦੇ ਦਬਾਏ ਗਏ ਨੇ। ਇਸ ਰੂਪ ਵਿੱਚ ਦੇਖਦੇ ਹੋ, ਇੱਕ ਤੇ ਇਹ ਚੀਜ਼ ਆ। ਦੂਸਰੀ ਇੱਕ ਹੋਰ ਜਗ੍ਹਾ ਆ ਜਿੱਥੇ ਦੋ ਰੂਹਾਂ ਉਹਨਾਂ ਨੂੰ ਸੱਚ ਦੇ ਰਾਹ ਤੇ ਤੁਰਦਿਆਂ ਹੋਇਆਂ ਜਿਉਂਦਿਆਂ ਨੂੰ ਇੱਟਾਂ ਨਾਲ ਚਿਣਿਆ ਗਿਆ। ਤੇ ਇਕੱਲਾ ਚਿਣਿਆ ਨਹੀਂ ਗਿਆ, ਮੁੜ ਕੇ ਬਾਅਦ ਦੇ ਵਿੱਚ ਉੱਥੇ ਹੀ ਉਹਨਾਂ ਦਾ ਜਿਹੜਾ ਦਾਹ ਸੰਸਕਾਰ ਕੀਤਾ ਗਿਆ ਜੋਤੀ ਸਰੂਪ ਦੇ ਵਿੱਚ। ਪਰ ਦੋਨਾਂ ਇਨਸੀਡੈਂਟਸ ਨੂੰ ਜਾਂ ਦੋਨਾਂ ਜਗ੍ਹਾ ਨੂੰ ਤੁਸੀਂ ਕੰਪੇਅਰ ਕਰਕੇ ਦੇਖੋ, ਕਿਹਦੇ ਤੇ ਪ੍ਰਾਊਡ ਫੀਲ ਕਰੋਗੇ? ਵਨ ਇਜ਼ ਸਾਈਨ ਆਫ ਸਲੇਵਰੀ। ਮਤਲਬ ਉਸ ਇਮਾਰਤ ਨੂੰ, ਉਸ ਤਾਜ ਮਹਿਲ ਨੂੰ ਬਣਾਉਣ ਵਾਸਤੇ ਗਰੀਬ ਜਨਤਾ ਦਾ ਲਹੂ ਨਿਚੋੜ ਕੇ ਕਈ ਹਜ਼ਾਰ ਕਰੋੜ ਉਸ ਸਮੇਂ ਦੇ ਵਿੱਚ ਲੈ ਲਓ, ਪਤਾ ਨਹੀਂ ਕਿਤਨੇ ਜਾਨਵਰਾਂ ਦੀ ਬਲੀ ਮੀਨ, ਕਿਉਂਕਿ ਜਿਹੜੀ ਮਕਰਾਣਾ ਦੀਆਂ ਉਹ ਸੀਗੀਆਂ ਸੰਗਮਰਮਰ ਦੀਆਂ ਖਾਨਾਂ, ਉੱਥੋਂ ਕੱਢ ਕੇ ਲਿਆਉਂਦੇ ਸੀਗੇ, ਉਹ ਜਿਹੜਾ ਸਾਰਾ ਮਾਰਬਲ ਲਗਾਇਆ ਸੀਗਾ ਸੀ। ਤੇ ਗਰਮੀ ਬੜੀ ਪੈਂਦੀ ਉਸ ਇਲਾਕੇ ਦੇ ਵਿੱਚ। ਊਂਠ, ਬਲਦ, ਘੋੜੇ, ਪਤਾ ਨਹੀਂ ਕਿਤਨੇ ਮਰ ਗਏ। ਉਹ ਕਹਿੰਦਾ ਮਰਜਣ ਹੋ ਕੇਰ, ਸੰਗਮਰਮਰ ਆਉਣਾ ਚਾਹੀਦਾ, ਬੰਦ ਨਹੀਂ ਹੋਣਾ ਚਾਹੀਦਾ ਕੰਮ। ਪਤਾ ਨਹੀਂ ਕਿਤਨੇ ਮਜ਼ਦੂਰ ਤੇ ਮਜ਼ਦੂਰਾਂ ਦੇ ਹੱਥ ਅੰਗ ਕਿਤਨਾ ਕੁਝ ਖਰਾਬ ਹੋਇਆ, ਮਰ ਗਏ, ਸੜ ਗਏ, ਹਜ਼ਾਰਾਂ ਦੀ ਹਜ਼ਾਰ ਤਾਦਾਦ ਦੇ ਵਿੱਚ ਛਮਕਾ ਮਾਰ ਕੇ। ਮਤਲਬ ਬਿਲ ਕਿਸ ਤਰੀਕੇ ਨਾਲ ਸਾਰੇ ਲੋਕੀ ਤਾਂ ਵੇਖਦੇ, ਵਾਹ ਵੜਾ ਕਿਆ ਇਮਾਰਤ ਬਣਾਈ ਆਲੀ ਸ਼ਾਨ ਇਸ ਤਰੀਕੇ ਦੇ ਨਾਲ। ਉਹ ਭਲਿਓ ਬੰਦੇ ਹੋ, ਪਿੱਛੋਂ ਵੇਖੋ ਤੁਸੀਂ ਬਣੀ ਕਿਵੇਂ ਹੈ। ਸੋ ਇਹ ਚੀਜ਼ ਜਿਹੜੀ ਹੈ, ਮੈਂ ਜਿਹੜੀ ਬੇਨਤੀ ਕਰ ਰਿਹਾ ਸਿਰਫ ਉਹ 'ਤੇ ਫੋਕਸ ਕਰਾਂ ਕਿ ਬਹੁਤ ਜ਼ਿਆਦਾ ਫਰਕ ਨਹੀਂ, 40-45 ਸਾਲ ਦਾ ਫਰਕ ਹੈ ਸਾਰਾ। ਮਗਰ ਉਹ ਇਮਾਰਤ ਜਦੋਂ ਸਾਜੀ ਜਾ ਰਹੀ ਹੈ, ਪਾਣੀ ਦੇ ਵਿੱਚ ਕੌਲ ਦੀ ਤਰ੍ਹਾਂ ਖੇੜੀ ਹੋਈ, ਸੰਗਮਰਮਰ ਦੀ, ਅੱਜ ਤੇ ਸੋਨੇ ਦੀ ਹੈ ਨਾ, ਇਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਆਈ ਹੈ, ਸੰਗਮਰਮਰ ਦੀ ਸੀ। ਲੋਕ ਵੇਖਦੇ ਨੇ, ਚਰਚਾ ਹੋ ਰਹੀ ਹੈ। ਫਿਰ ਕੱਲੀ ਇਹ ਨਹੀਂ, ਗ੍ਰੰਥ ਸਾਹਿਬ ਦੀ ਸਥਾਪਤੀ ਹੋ ਰਹੀ ਹੈ। ਮਤਲਬ ਜਿਹੜਾ ਮਜ਼ਹਬ ਇਹ ਕਹਿੰਦਾ ਸੀ ਵੀ ਮੈਂ ਕਿਤਾਬ ਨਾਲਾਂ, ਸਾਡੇ ਕੋਲ ਅਲਾਹੀ ਕਿਤਾਬ ਹੈ, ਉਸ ਦੌਰ ਦੇ ਵਿੱਚ ਇੱਕ ਇਸ ਕਿਸਮ ਦਾ ਮਤਲਬ ਇੱਕ ਰੰਗ ਲਿਆਂਦਾ ਗਿਆ ਕਿ ਉਸ ਕਿਤਾਬ ਦੀ ਸਥਾਪਤੀ, ਉਸ ਪੋਥੀ ਸਾਹਿਬ ਦੀ ਸਥਾਪਤੀ ਹੋ ਰਹੀ ਹੈ ਜਿਹਨੂੰ ਤੁਰਕੀ ਬਾਣੀ ਦਾ ਖਿਤਾਬ ਹੈ, ਜਿਹੜੀ ਤੁਰਕੀ ਬਾਣੀ ਦਾ ਉਹਦੇ ਜ਼ਿਕਰ ਆ। ਕੈਸਾ ਲੈਵਲ ਹੋਏਗਾ। ਤੇ ਸਟੇਟ ਵਿਦਨ ਸਟੇਟ ਬਿਲਟ ਹੋਣ ਲੱਗੀ ਇੱਕ ਸਪਿਰਿਚੁਅਲ ਸਾਈਡ ਤੋਂ। ਡੈਫੀਨੇਟਲੀ ਉਹਦੇ 'ਚ ਪ੍ਰਾਊਡ ਵੀ ਹੋਏਗਾ, ਡਰ ਵੀ ਹੋਏਗਾ, ਬਹੁਤ ਸਾਰਾ ਉਹ ਸਭ ਚੀਜ਼ਾਂ, ਪਰ ਸਭ ਚੀਜ਼ਾਂ ਇੱਕ ਪਾਸੇ ਰੱਖ ਕੇ ਉਸ ਕਾਰਜ ਨੂੰ ਪੂਰਨ ਸਮਰਪਿਤ ਹੋ ਕੇ ਇਸ ਲੈਵਲ ਤੇ ਲਿਆਂਦਾ। ਉਹਦੀ ਸਕਸੈਸ ਕਿਸ ਤਰੀਕੇ ਨਾਲ ਸਟੈਬਲਿਸ਼ ਕੀਤੀ, ਉਹ ਸਾਰੇ ਦੀ ਸਾਰੇ ਇਹ ਬਚਨ ਉਹਦੀ ਬਾਤ ਕਹਿ ਰਿਹਾ ਹੈਗਾ ਕਿ ਸੰਤਾਂ ਕੇ ਕਾਰਜ ਆਪ ਖਲੋਇਆ। ਜੇ ਤੁਸੀਂ ਇਤਨੇ ਪਾਕ ਸਾਫ਼ ਗੋਈ ਦੇ ਨਾਲ ਆਪਣੇ ਅਮਲ ਨੂੰ ਹੋਂਦ ਵਿੱਚ ਲਿਆਉਣਾ ਚਾਹੁੰਦੇ ਹੋ ਨਾ, ਰੱਬ ਆਪ ਆ ਕੇ ਵਰਤਦਾ ਵਿੱਚ, ਉਹ ਆਪ ਆ ਕੇ ਬਹਿ ਜਾਂਦਾ ਵਿੱਚ। ਸੰਤਾਂ ਕੇ ਕਾਰਜ ਆਪ ਖਲੋਇਆ, ਕਿਆ ਹਰ ਕੰਮ ਕਰਾਵਣ ਆਇਆ ਰਾਮ। ਇੰਜ ਕਹਿ ਲਓ ਰਮੀ ਹੋਈ ਸ਼ਕਤੀ ਉਹ ਆਪ ਕੰਮ ਕਰਾਉਣ ਵਾਸਤੇ ਆ ਗਈ। ਉਹਨੇ ਆਪ ਸਾਰੇ ਨੂੰ ਨੇਪਰੇ ਚੜਾ ਦਿੱਤਾ। ਕੱਲਾ ਇਹ ਨਹੀਂ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੈ ਤੇ ਭਾਈ ਧਰਤੀ ਸਾਰੀ ਮਿੱਟੀ ਹੈ, ਉਸੇ ਮਿੱਟੀ ਦੇ ਵਿੱਚੋਂ ਆ ਮਿੱਟੀ ਇਵੋਲਵ ਹੋ ਕੇ ਨਿਕਲੀ ਹੈ। ਹੁਣ ਜਿਹੜੀ ਬਾਹਰ ਦੀ ਮਿੱਟੀ ਹੈ, ਸਪੋਜ਼ ਸਿੰਪਲ ਕਰਦੇ ਨੇ ਇਸ ਨੂੰ, ਹੋਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਕੀ ਫਰਕ ਹੈ? ਨਾਰਥ ਅਮਰੀਕਨ ਸਾਰੀ ਇਹ ਸਬ ਕੰਟੀਨੈਂਟ ਦੀ ਸਾਰੀ ਇਹ ਧਰਤੀ ਹੈ। ਮਤਲਬ ਤੁਸੀਂ ਬਾਉਂਡਰੀ ਲਾਈਨ ਜਿਹੜੀ ਬਣਾਈ ਹੈ ਪੋਲੀਟੀਕਲ, ਦੋ ਸਟੇਟਸ ਬਣਾਈਆਂ ਗਈਆਂ ਨੇ, ਦੋਨਾਂ ਦੇ ਵਿੱਚ ਬਹੁਤ ਸਾਰੇ ਖਾਸ ਕਰਕੇ ਯੰਗ ਬੱਚੇ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਵੈਨ ਵੀ ਟਾਕ ਅਬਾਊਟ ਅਮਰੀਕਾ, ਵੀ ਟਾਕ
ਅਬਾਊਟ ਅੰਕਲ ਸੈਮ, ਇੱਕ ਐਟੀਟਿਊਡ ਦੀ ਗੱਲ ਕਰਦੇ ਹਾਂ ਅਸੀਂ। ਵੈਨ ਵੀ ਟੋਕ ਅਬਾਊਟ ਕੈਨੇਡਾ ਵੀ ਟੋਕ ਅਬਾਊਟ ਸਮ ਸੋਰਟ ਆਫ ਐਟੀਕੇਟਸ, ਮੈਨਰਸ, ਪੋਲਾਈਟਨੈਸ, ਇਹਦੀ ਗੱਲ ਹੁੰਦੀ ਹੈ। ਮਤਲਬ ਇਹ ਕਿ ਦੋਨਾਂ ਪਾਸੇ ਮਿੱਟੀ ਹੈ, ਇੱਕੋ ਜਿਹੀ ਮਿੱਟੀ ਹੈ, ਤੇ ਫਿਰ ਮਿੱਟੀ 'ਚ ਫਰਕ ਕਿਵੇਂ ਪੈ ਗਿਆ? ਉਸ ਮਿੱਟੀ ਤੇ ਰਹਿਣ ਵਾਲੇ ਜਿਹੜੇ ਮਿੱਟੀ ਤੋਂ ਬਣੇ ਬਾਸ਼ਿੰਦੇ ਨੇ, ਉਹਨਾਂ ਦੀ ਧਾਰਾ ਕੀ ਹੈ, ਸੋਚ ਕੀ ਹੈ, ਉਹਨਾਂ ਦਾ ਸਭ ਅਹਿਸਾਸ ਕੀ ਹੈ। ਅਸਲ ਵਿੱਚ ਜੋ ਇਸ ਮਿੱਟੀ 'ਚ ਵਸਦਾ ਆ, ਉਹ ਧਰਤੀ ਤੇ ਆਹ ਜਿਹੜੀ ਮਿੱਟੀ ਹੈ ਇਹਦੇ ਉੱਤੇ ਫਿਰ ਉਹ ਫੈਲਦਾ ਦਿਸਦਾ ਆ। ਜੇ ਅਸੀਂ ਇਹਦੀ ਸੁਧਾਈ ਕਰਨੀ ਚਾਹੁੰਦੇ ਹਾਂ, ਸਾਨੂੰ ਇਸ ਮਿੱਟੀ ਦੀ ਸੁਧਾਈ ਕਰਨੀ ਪੈਣੀ ਹੈ। ਆਹ ਮਿੱਟੀ ਤੇ ਠੀਕ ਹੈ ਸਾਰੀ। ਜੇ ਅਸੀਂ ਕਹਿੰਦੇ ਹਾਂ ਇਸ ਮਿੱਟੀ ਤੇ ਰੱਬ ਵਸਦਾ ਦਿਸੇ, ਭਾਈ ਦਿਸ ਸਕਦਾ, ਜੇ ਇਸ ਮਿੱਟੀ 'ਚ ਵਸ ਜਾਏਗਾ। ਤੇ ਸਾਹਿਬ ਨੇ ਬਿਆਨ ਕੀਤਾ, ਧਰਤ ਸੁਹਾਵੀ, ਜਦੋਂ ਧਰਤੀ ਸੁਹਾਵੀ ਹੋ ਗਈ ਆ। ਇਹ ਕਦੋਂ ਸੁਹਾਵੀ ਹੁੰਦੀ ਹੈ? ਤਾਲ ਸੁਹਾਵਾ। ਤਾਲ ਸੁਹਾਵਾ, ਦੇਖੋ ਮਿੱਟੀ 'ਚ ਸਭ ਕੁਝ ਪੈਦਾ ਹੁੰਦਾ ਹੈ, ਨੋ ਡਾਊਟ ਮਿੱਟੀ ਹੀ ਉਪਜਾਉਂਦੀ ਸਾਰਾ ਕੁਝ, ਪਰ ਮਿੱਟੀ ਓਨੀ ਦੇਰ ਤੱਕ ਨਹੀਂ ਉਪਜਾ ਸਕਦੀ ਜਿੰਨੀ ਦੇਰ ਤੱਕ ਮਿੱਟੀ ਨਮੀ ਨਹੀਂ ਪ੍ਰਾਪਤ ਕਰਦੀ, ਮੋਇਸਚਰ ਨਹੀਂ ਮਿਲਦਾ, ਵੱਤਰ ਨਹੀਂ ਲੱਗਦਾ, ਪਾਣੀ ਨਹੀਂ ਮਿਲਦਾ ਉਸ ਨੂੰ। ਜਿਹੜੀ ਮਿੱਟੀ ਜਿੰਨੀ ਮਰਜ਼ੀ ਜ਼ਰਖੇਜ਼ ਆ, ਉਪਜਾਊ ਆ, ਫਰਟਾਈਲ ਆ, ਉਹਨੂੰ ਪਾਣੀ ਚਾਹੀਦਾ ਆ। ਜਿਹੜਾ ਸਰੀਰ ਹੈ, ਐਨਰਜੀ ਹੈ, ਇਹ ਜੋ ਚਾਹੇ ਕਰ ਸਕਦੀ ਹੈ, ਪਰ ਇਹਨੂੰ ਕਰਨ ਵਾਸਤੇ ਸੇਧ ਚਾਹੀਦੀ ਹੈ। ਤੇ ਸੇਧ ਜਿਹੜੀ ਨਾ ਹੈ ਨਾ, ਉਹ ਤਾਲ ਆ, ਅਕਲ। ਜੇ ਇੱਥੇ ਦਰਿਆ ਵਗਦਾ ਆ, ਇਹ ਕੁਛ ਸਿੰਚੇਗਾ, ਉਹ ਦਰਿਆ ਇਹਨੂੰ, ਧਰਤੀ ਨੂੰ, ਤੇ ਚੋਂ ਕੁਛ ਉਪਜੇਗਾ। ਜੇ ਇੱਥੇ ਸੁੱਕ ਗਿਆ ਤੇ ਫਿਰ ਭਾਈ ਮਿੱਟੀ ਜੈਸੀ ਮਰਜ਼ੀ ਮਿੱਟੀ ਵੱਡੀ ਹੋਏ, ਭਾਵੇਂ ਉਹ 6 ਫੁੱਟ ਦੀ ਹੈ, ਤੇ ਭਾਵੇਂ 7 ਫੁੱਟ ਦੀ ਹੈ, ਤੇ ਭਾਵੇਂ ਉਹ ਜਿੱਡੇ ਵਧੀਆ ਔਰਗਨਸ ਨੇ, ਤੇ ਜਿੰਨੇ ਮਰਜ਼ੀ ਵੱਡੇ ਹੱਥ ਪੈਰ ਨੇ, ਨਥਿੰਗ ਇਜ਼ ਗੋਨਾ ਵਰਕ। ਜਿਸ ਚੀਜ਼ ਨੇ ਵਰਕ ਕਰਨ ਵਾਸਤੇ ਇਹਨੂੰ ਪ੍ਰੇਰਨਾ ਲੈਣਾ ਆ, ਉਸ ਲੈਵਲ ਤੇ ਲੈ ਕੇ ਆਉਣਾ ਹੈ, ਉਹ ਹੈਗਾ ਤਾਲ। ਇਹਦੀ ਬਾਤ ਕੀਤੀ ਗਈ। ਇਹਨੂੰ ਲਿਟਰਲੀ ਤੌਰ ਤੇ ਬਾਣੀ ਨੇ ਬਿਆਨ ਕੀਤਾ। ਭਗਤ ਕਬੀਰ ਜੀ ਦੇ ਕਈ ਵਾਰੀ ਸ਼ਬਦਾਂ ਨੂੰ ਵਿਚਾਰਦੇ ਆ, ਉਹ ਕਹਿੰਦੇ ਅਸਮਾਨ ਮੇ ਆਨੇ ਲਹੰਗ ਦਰਿਆ ਗੁਸਲ ਕਰਦ ਨਬੂਦ। ਫਾਰਸੀ ਹੈ ਬਾਬਾ ਕਬੀਰ ਜੀ ਦੇ ਬਚਨ। ਅਸਮਾਨ ਮੇ ਆਨੇ, ਅਸਮਾਨ ਪਰਸ਼ੀਅਨ ਜਦੋਂ ਟਰਾਂਸਲੇਸ਼ਨ ਕਰਾਂਗੇ ਆਪਣੀ ਲੈਂਗੁਏਜ ਦੇ ਵਿੱਚ, ਸਾਰੇ ਸਰੀਰ ਵਿੱਚ ਅਸਮਾਨ ਦਾ ਉੱਚਾ, ਸਭ ਤੋਂ ਉੱਚੀ ਜਗ੍ਹਾ ਕਿਹੜੀ ਹੈ? ਸਿਰ। ਮਿਆਨੇ ਦਰਮਿਆਨ ਵਿੱਚ, ਇਨ ਬਿਟਵੀਨ, ਉਹਦੇ ਦਰਮਿਆਨ। ਅਸਮਾਨ ਮਿਆਨੇ ਕੀ ਹੈ? ਲਹੰਗ ਦਰਿਆ, ਇੱਕ ਦਰਿਆ ਵਗਦਾ ਆ, ਇੱਕ ਤਲਾਅ ਆ ਬੜਾ ਵੱਡਾ। ਤੇ ਉਹਦਾ ਬੰਦਾ ਕੀ ਕਰ ਰਿਹਾ? ਬੰਦੇ ਦੀ ਸਮੱਸਿਆ ਇਹ ਹੈ, ਗੁਸਲ, ਜਿੱਥੋਂ ਲਫ਼ਜ਼ ਬਣਿਆ ਗੁਸਲ ਖਾਨਾ, ਇਸ਼ਨਾਨ ਕਰਨਾ, ਟੂ ਟੇਕ ਬਾਥ। ਕਹਿੰਦੇ ਗੁਸਲ ਕਰਦ ਨਬੂਦ। ਕੈਸਾ ਇਹ ਨਬੂਦ ਹੈ ਕਿ ਉਹਦੇ 'ਚ ਗੁਸਲ ਹੀ ਨਹੀਂ ਕਰਦਾ, ਨਹਾਉਂਦਾ ਹੀ ਨਹੀਂ, ਅਕਲ ਨੂੰ ਹੱਥ ਹੀ ਨਹੀਂ ਮਾਰਦਾ। ਅਕਲ ਨੂੰ ਹੱਥ ਤਾਂ ਮਾਰੇਗਾ ਜੇ ਉੱਥੇ ਗੁਸਲ ਜੋਗਾ ਤਾਲ ਹੋਏਗਾ, ਜੇ ਸਮਥਿੰਗ ਇਜ਼ ਅਵੇਲੇਬਲ ਓਵਰ ਦੇਅਰ। ਜੇ ਉੱਥੇ ਪਾਣੀ ਹੀ ਨਹੀਂ, ਜੇ ਉੱਥੇ ਉਹ ਚੀਜ਼ ਹੀ ਨਹੀਂ। ਗੁਰੂ ਸਾਹਿਬ ਨੇ ਬਿਆਨ ਕੀਤਾ, ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹ ਤਾਲ ਫਿਰ ਆਮ ਤਾਲ ਨਹੀਂ ਗਾ, ਅੰਮ੍ਰਿਤ ਜਲ ਹੈ ਉਹਦੇ 'ਚ। ਜਦੋਂ ਬੰਦੇ ਦੀ ਮੱਤ ਇੰਨੀ ਪਿਓਰ, ਇੰਨੀ ਸ਼ੁੱਧ ਹੋ ਜਾਏ, ਫਿਰ ਉਸ ਇਹੀ ਚੀਜ਼ ਗੁਰੂ ਸਾਹਿਬ ਨੇ ਸਥਾਪਿਤ ਕੀਤੀ, ਉੱਥੇ ਤਾਲ ਸਥਾਪਿਤ ਕੀਤਾ। ਤਾਲ ਦੇ ਵਿੱਚ ਇੱਕ ਇਲਾਹੀ ਤਾਲ, ਪਾਣੀ ਦੇ ਵਿੱਚ ਬਾਣੀ ਸਥਾਪਿਤ ਕੀਤੀ। ਕਿਆ ਐਸਾ ਅਮਲ ਆ, ਜੇ ਬੰਦਾ ਬਿਲਕੁਲ ਇੱਕ ਨਿਊਟਰਲ ਵੇ ਨਾਲ ਸੋਚੇ, ਵੀ ਕਮਾਲ ਕਰਤੀ ਗੁਰੂ ਸਾਹਿਬ। ਇਹੀ ਕਮਾਲੇ ਕਰਾਮਾਤ ਹੈ। ਇਹ ਸਾਹਿਬ ਨੇ ਕਿਹਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਫਿਰ ਕਿਆ? ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ। ਸਾਜਬਾਜ ਸੰਪੂਰਨ ਹੋ ਜਾਣਾ। ਸਪੋਜ਼ ਕੋਈ ਬੱਚਾ ਆ, ਉਹਦਾ ਟੈਸਟ ਐਗਜ਼ਾਮ ਹੈ ਕੋਈ, ਤੇ ਬੜੀ ਤਿਆਰੀ ਕਰ ਰਿਹਾ। ਤਿਆਰੀ ਪਤਾ ਹੀ ਕਰ ਰਿਹਾ, ਉਸ ਟੈਸਟ ਵਾਸਤੇ ਵਧੀਆ ਤੋਂ ਵਧੀਆ ਕਿਸਮ ਦੇ ਪੈਨ ਖਰੀਦ ਰਿਹਾ ਆ, ਵਧੀਆ ਤੋਂ ਵਧੀਆ ਕਿਸਮ ਦਾ ਕੋਈ ਜੇ ਮੈਥਮੈਟਿਕਸ ਦਾ ਕਾਰਜ ਆ ਤੇ ਜਿਮੈਟਰੀ ਬਾਕਸ ਖਰੀਦ ਰਿਹਾ ਹੈ, ਵਧੀਆ ਉਸ ਦਿਨ ਵਾਸਤੇ ਕੱਪੜੇ ਖਰੀਦ ਰਿਹਾ, ਸਾਰੀ ਪ੍ਰੋਪਰ ਉਸ ਪ੍ਰੈਪਰੇਸ਼ਨ ਕਰ ਰਿਹਾ ਵੀ ਬੜੇ ਸਾਜਬਾਜ ਹੋ ਰਹੇ ਨੇ ਸਭ ਚੀਜ਼ਾਂ। ਪਰ ਟੈਸਟ ਇਕੱਲਾ ਸਮਾਨ ਨਾਲ ਥੋੜ੍ਹਾ ਹੋਣਾ ਕਿ ਉਹਦੇ ਕੋਲ ਐਬਿਲਿਟੀ ਹੈ ਉਹ ਕਰ ਸਕਣ ਦੀ। ਉਹਨੇ ਉਹਦੇ ਵਾਸਤੇ ਪ੍ਰੈਕਟਿਸ ਕੀਤੀ ਹੈ, ਐਕਸਰਸਾਈਜ਼ ਕੀਤੀ ਹੈ, ਤਿਆਰੀ ਕੀਤੀ ਹੈ, ਪ੍ਰੈਪਰੇਸ਼ਨ ਕੀਤੀ ਹੈ, ਉਹ ਸਾਰਾ ਕੁਝ ਹੋਇਆ। ਜੇ ਹੋਇਆ ਫਿਰ ਉਹ ਭਾਵੇਂ ਥੋੜ੍ਹਾ ਬਹੁਤਾ ਵੀ ਸਮਾਨ ਹੋਏਗਾ, ਇਹਨੇ ਬਹੁਤ ਮਹਿੰਗਾ ਸੂਟ, ਬਹੁਤ ਮਹਿੰਗਾ ਉਹ ਸਾਜਬਾਜ ਨਾ ਵੀ ਹੋਏਗਾ, ਤਾਂ ਵੀ ਪਾਸ ਹੋਏਗਾ, ਤਾਂ ਵੀ ਚੰਗੇ ਐਗਜ਼ਾਮ ਮਾਰਕਸ ਆਉਣਗੇ ਉਹਦੇ ਵਿੱਚੋਂ। ਪਰ ਜੇ ਉਹ ਕੰਮ ਕੀਤਾ ਹੀ ਨਹੀਂ, ਬਾਕੀ ਸਾਰੇ ਤੇ ਜ਼ੋਰ ਲਾ ਦਿੱਤਾ, ਫਿਰ ਭਾਈ ਸਭ ਸਾਜ ਸਜਿਆ ਸਜਾਇਆ ਰਹਿ ਜਾਏਗਾ।
ਇਹ ਜੀਵਨ ਇਸੇ ਤਰ੍ਹਾਂ ਹੀ ਹੈ। ਅਸੀਂ ਕਈ ਵਾਰੀ ਇਹਨੂੰ ਬਾਹਰੋਂ ਹੀ ਪੋਲਿਸ਼ ਕਰਦੇ ਉਮਰਾਂ ਲਾ ਦਿੰਦੇ ਹਾਂ। ਜੀਵਨ ਦੇ ਹਰ ਈਵੈਂਟ ਨੂੰ ਐਵੇਂ ਕਰਦੇ ਹਾਂ ਅਸੀਂ। ਮਾਫੀ ਚਾਹਾਂਗਾ, ਸਭ ਤੋਂ ਵੱਡਾ ਈਵੈਂਟ ਮਨੁੱਖੀ ਜ਼ਿੰਦਗੀ 'ਚ ਕੀ ਹੁੰਦਾ? ਵਿਆਹ। ਕਿੰਨਾ ਸਾਜ਼-ਬਾਜ਼ ਲਾਉਂਦਾ ਬੰਦਾ, ਪਰ ਵਿਆਹ ਇਕੱਲੇ ਸਾਜ਼-ਬਾਜ਼ ਨਾਲ ਤੇ ਸਫਲ ਨਹੀਂ ਹੁੰਦੇ। ਇਕੱਲੇ ਵਾਜੇ ਵਜਾਉਣ ਨਾਲ, ਕਦੇ ਗਲੈਮਰਾਈਜ਼ ਕਰਨ ਦੇ ਨਾਲ ਜੇ ਐਸੀ ਗੱਲ ਹੁੰਦੀ ਤੇ ਅੱਜ ਇਹਨਾਂ ਮੁਲਕਾਂ ਦੇ ਵਿੱਚ ਅਰਾਊਂਡ 50% ਦੇ ਨੇੜੇ ਡਾਈਵੋਰਸ ਰੇਟ ਹੈ। ਕੋਈ ਛੋਟਾ ਤਾਂ ਨਹੀਂ ਹੈਗਾ। ਇਹ ਸਭ ਚੀਜ਼ਾਂ ਕਿਉਂ ਹੁੰਦੀਆਂ? ਇਹਦਾ ਵੱਡਾ ਕਾਰਨ ਇਹੀ ਬਣ ਰਿਹਾ ਨਾ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਸਾਹਿਬ ਕਹਿੰਦੇ ਅੰਮ੍ਰਿਤ ਜਲ ਛਾਇਆ, ਅਕਲ ਆ ਗਈ, ਸਾਜ ਕਰਾਇਆ, ਸਗਲ ਮਨੋਰਥ ਪੂਰੇ। ਮਨੋਰਥ ਪੂਰੇ ਹੋ ਗਏ, ਮਨ ਨੂੰ ਅਰਥ ਮਿਲ ਗਏ, ਸਾਕਾਰਤ ਹੋ ਗਏ। ਮਨ ਵਿੱਚ ਕੋਈ ਭਾਵਨਾਵਾਂ ਜਿਹੜੀਆਂ ਅਧੂਰੀਆਂ ਨਾ ਰਹਿ ਗਈਆਂ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਸਾਰੇ ਵਿਸੂਰੇ ਲੈ ਗਏ, ਫਿਕਰ ਲੈ ਗਏ। ਜੈ ਜੈਕਾਰ ਭਇਆ ਜਗ ਅੰਤਰ, ਸੰਸਾਰ ਦੇ ਵਿੱਚ ਵੀ ਜੈ ਜੈਕਾਰ ਹੋਈ। ਚੰਗੇ ਅਮਲ ਅਮਾਲ ਦਾ ਸਤਿਕਾਰ ਹੈ ਧਰਤੀ ਤੇ ਧਰਤੀ ਤੋਂ ਵਿਦਾਇਗੀ ਤੋਂ ਹੋਣ ਬਾਅਦ ਵੀ। ਗੁਰੂ ਸਾਹਿਬ ਨੇ ਉਹਦੀ ਬਾਤ ਕੀਤੀ ਇਹਦੇ ਵਿੱਚ। ਕਿਆ ਪੂਰਨ ਪੁਰਖ ਅਚੁੱਤ ਅਬਿਨਾਸ਼ੀ, ਜਸ ਵੇਦ ਪੁਰਾਣੀ ਗਾਇਆ। ਤੁਸੀਂ ਪੁਰਾਣਾਂ ਨੂੰ ਪੜ੍ਹ ਲਓ, ਵੇਦਾਂ ਨੂੰ ਪੜ੍ਹ ਲਓ, ਪੁਰਾਣੇ ਤੋਂ ਪੁਰਾਣੇ ਗ੍ਰੰਥ ਨੂੰ ਪੜ੍ਹ ਲਓ, ਪੁਰਾਣੀ ਤੋਂ ਪੁਰਾਣੀ ਰਚਨਾ ਨੂੰ ਪੜ੍ਹ ਲਓ, ਜਦੋਂ ਜਿੱਥੋਂ ਮਰਜ਼ੀ ਤੁਸੀਂ ਪੜ੍ਹ ਲਓ। ਜਿਹੜੀ ਆਹ ਗੱਲ ਕਹੀ ਜਾ ਰਹੀ ਹੈ ਇਹ ਯੂਨੀਵਰਸਲ ਹੈ, ਇਹਨੂੰ ਕੋਈ ਡਿਨਾਈ ਨਹੀਂ ਕਰੇਗਾ। ਇਹ ਧਰਤੀ ਸੁਹਾਵੇ ਤਾਲ ਨਾਲ ਹੀ ਚੱਲਦੀ ਹੈ। ਇਹ ਜੀਵਨ ਸੋਝੀ ਨਾਲ ਹੀ ਚੱਲਦਾ ਹੈ ਤੇ ਸੋਝੀ ਵਾਲਾ ਬੰਦਾ ਧਰਤੀ ਦੇ ਕਿਸੇ ਇਵੈਂਟ ਦੇ ਵਿੱਚ ਵੀ ਫੇਲ ਨਹੀਂ ਹੁੰਦਾ, ਅਸਫਲ ਨਹੀਂ ਹੁੰਦਾ। ਉਹ ਹਰ ਲੈਵਲ ਤੇ ਪਾਸ ਹੁੰਦਾ ਆ। ਇਹ ਚੀਜ਼ ਗੁਰੂ ਸਾਹਿਬ ਕਹਿੰਦੇ ਤੁਸੀਂ ਜਿੱਥੇ ਮਰਜੀ, ਇਹ ਅਬਿਨਾਸ਼ੀ ਤੱਤ ਉਸ ਕਰਤਾਰੀ ਨਿਜ਼ਾਮ ਦਾ ਹਿੱਸਾ ਆ। ਤੇ ਰੱਬ ਜਿੱਥੇ ਉਹਦਾ ਨਾਮ, ਉਹਦਾ ਭੈ ਵਰਤਦਾ ਹੈ, ਸਫਲਤਾ ਮਿਲਦੀ ਹੈ। ਬਿਲਕੁਲ ਅੰਤਰੀ ਲਾਈਨ ਹੈ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਹੈ ਨਾਨਕ, ਉਹ ਪ੍ਰਭੂ ਬਿਰਧ ਪਾਲਕ ਹੈ। ਤੁਸੀਂ ਉਹਦੀ ਸਮ੍ਰਿਤੀ, ਅਹਿਸਾਸ, ਯਾਦ ਦਾ ਕਨਸੈਪਟ ਆਪਣੇ ਜੀਵਨ 'ਚ ਲੈ ਆਉਂਦੇ ਹੋ, ਉਹ ਤੁਹਾਡੇ ਜੀਵਨ ਨੂੰ ਫਲ ਲਾਉਂਦਾ ਹੈ, ਫਲੀਭੂਤ ਕਰਦਾ ਆ। ਸਾਹਿਬ ਰਹਿਮਤ ਕਰਨ, ਇਹਨਾਂ ਵਾਕਾਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਅਗਲਾ ਸਮਾਂ ਸਿਮਰਨ ਦਾ। ਵੀਰ ਜੀ ਆ ਗਏ ਨੇ, ਬੜੇ ਸੁੰਦਰ ਅੰਦਾਜ਼ ਵਿੱਚ ਤੁਹਾਡੀ ਜਿਹੜਾ ਸੇਵਾ 'ਚ ਹਾਜ਼ਰ ਹੋਣਗੇ। ਕਿਰਸਾਨ ਮਾਈ ਭਾਈ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਦੇ ਨਾਲ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।